ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਸ਼ਨੀਚਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਜੱਸੀ ਗਿੱਲ ਬੇਕਰਸਫੀਲਡ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਦੇ ਉੱਤੇ। ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਆਓ ਆਪਾਂ ਹੁਣ ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਮੈਨੂੰ ਸਭ ਤੋਂ ਪਹਿਲੀ ਖਬਰ 'ਤੇ ਨਜ਼ਰ ਮਾਰੀਏ। ਕਹਿੰਦੇ ਉਦੈ ਠਾਕਰੇ ਅਯੋਧਿਆ ਦੇ ਵਿੱਚ ਪਹੁੰਚਿਆ, ਕੱਲ੍ਹ ਹੋਵੇਗੀ ਧਰਮ ਸੰਸਦ। ਦੇਖੋ, ਉਧਮ ਠਾਕਰੇ ਅੱਜ ਗਿਆ ਉੱਥੇ ਅਯੋਧਿਆ ਦੇ ਵਿੱਚ। ਇਹਦੇ ਨਾਲ ਇਹਦੀ ਫੈਮਿਲੀ ਵੀ ਸੀਗੀ, ਇਹਦੀ ਪਤਨੀ ਵੀ ਸੀਗੀ, ਇਹਦਾ ਬੇਟਾ ਵੀ ਸੀਗਾ। ਇਹਨਾਂ ਨੇ ਉੱਥੇ ਕੀਤਾ ਕਾਰ ਵਿਹਾਰ, ਧਾਰਮਿਕ ਪੂਜਾ ਵੀ ਕੀਤੀ ਆ। ਪਰ ਇਸ ਤੋਂ ਇਲਾਵਾ ਨਾਲ ਇੱਕ ਅਲਟੀਮੇਟਮ ਵੀ ਦਿੱਤਾ ਕਿ ਸਾਨੂੰ ਰਾਮ ਮੰਦਿਰ ਨਿਰਮਾਣ ਦੀ ਹੈ ਜਿਹੜੀ ਉਹ ਤਰੀਕ ਦਿੱਤੀ ਜਾਵੇ। ਯਾਨੀ ਉਹ ਕਹਿੰਦਾ ਕਿ ਅਸੀਂ ਇੱਥੇ ਕੋਈ ਮੰਦਿਰ ਦਾ ਕੋਈ ਸਿਰਾ ਨਹੀਂ ਲੈਣਾ, ਸਿਰਫ ਤੇ ਸਿਰਫ ਤਰੀਕ ਲੈਣੀ। ਉਹ ਕਹਿੰਦਾ ਕਿ ਮੈਂ ਇੱਥੇ ਰਾਜਨੀਤੀ ਕਰਨੀ ਨਹੀਂ ਆਇਆ, ਮੈਂ ਇੱਥੇ 4 ਸਾਲ ਤੋਂ ਸੁੱਤੇ ਹੋਏ ਕੁੰਭਕਰਨ ਨੂੰ ਜਗਾਉਣ ਆਇਆ। ਹੁਣ ਕੁੰਭਕਰਨ ਕਿਹਨੂੰ ਕਹਿ ਰਿਹਾ, ਮੋਦੀ ਨੂੰ ਕਹਿ ਰਿਹਾ ਜਾਂ ਸਰਕਾਰ ਨੂੰ ਕਹਿ ਰਿਹਾ, ਇਹ ਥੋੜੀ ਜਿਹੀ ਗੁੰਝਲ ਆ। ਕਿਉਂਕਿ ਉਹ ਕਹਿੰਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੀਤੇ ਗਏ ਵਾਅਦੇ ਪੂਰਾ ਕਰਨਾ ਵੀ ਹਿੰਦੂਤਵ ਦਾ ਕੰਮ ਹੈ। ਸੋ ਕੁੱਲ ਮਿਲਾ ਕੇ ਦੇਖੀਏ ਤਾਂ ਇਸ ਮੁੱਦੇ ਤੇ ਹੁਣ ਰਾਜਨੀਤੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਗਰਮਾ ਗਈ ਆ। ਜਿਹੜੀ ਠਾਕਰੇ ਫੈਮਿਲੀ ਆ ਉਹ ਅੱਜ ਗੇੜਾ ਕੱਢ ਕੇ ਗਈ, ਔਰ ਕੱਲ ਨੂੰ ਉੱਥੇ ਫੇਰ ਹੋ ਰਹੀ ਆ ਇੱਕ ਧਰਮ ਸੰਸਦ, ਜਿਹਦੇ ਵਿੱਚ ਦੱਸਦੇ ਆ ਕਿ 1 ਲੱਖ ਤੋਂ ਵੱਧ ਬੰਦਾ ਜਟਾਉਣ ਦਾ ਜਿਹੜਾ ਇਹਨਾਂ ਨੇ ਟੀਚਾ ਰੱਖਿਆ ਵਿਸ਼ਵ ਹਿੰਦੂ ਪ੍ਰੀਸ਼ਦ ਦਾ। ਤਾਂ ਹੁਣ ਕੱਲ ਦਾ ਦਿਨ ਜਿਹੜਾ ਉਹ ਮਹੱਤਵਪੂਰਨ ਰਹੇਗਾ, ਕਿਉਂਕਿ ਜਿਹੜੇ ਵਿਸ਼ਲੇਸ਼ਕ ਲੋਕ ਆ, ਜਿਹੜੇ ਸਿਆਣੇ ਲੋਕ ਆ, ਚਿੰਤਕ ਲੋਕ ਆ, ਜਿਹੜੇ ਉਹ ਇਹੋ ਹੀ ਕਹੀ ਜਾਂਦੇ ਆ ਕਿ ਮਾਹੌਲ 1992 ਵਾਲਾ ਬਣਾਉਣ ਦਾ ਯਤਨ ਕੀਤਾ ਜਾਂਦਾ। ਤਾਂ ਕੱਲ ਨੂੰ ਪਤਾ ਲੱਗੂਗਾ। ਉਹ ਕਹਿੰਦੇ ਆ ਕਿ ਇਹ ਸਿਰਫ ਤੇ ਸਿਰਫ ਇੱਕ ਬਹਾਨਾ ਲੱਭਿਆ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਹੁਣ ਵੋਟਾਂ ਤੋਂ ਪਹਿਲਾਂ ਇਹ ਰਾਮ ਮੰਦਿਰ ਦਾ ਜਿਹੜਾ ਪੱਤਾ ਖੇਡ ਦਿੱਤਾ ਜਾਵੇ। ਤਾਂ ਸਰਕਾਰ ਜਿਹੜੀ ਆ, ਦੇਖੋ ਸਰਕਾਰ ਦੀ ਜਿਹੜੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਆ ਕਿ ਜੋ ਸਾਡੀਆਂ ਲੋਕਤਾਂਤਰਿਕ ਕਦਰਾਂ ਕੀਮਤਾਂ ਨੇ ਜਾਂ ਸਾਡੇ ਜਿਹੜੇ ਸੰਵਿਧਾਨ ਦੇ ਕਾਇਦੇ ਕਾਨੂੰਨ ਆ ਉਹਨਾਂ ਦੀ ਹਿਫਾਜ਼ਤ ਕੀਤੀ ਜਾਵੇ। ਸਰਕਾਰ ਕੀ ਕਰ ਰਹੀ ਆ ਕਿ ਸਰਕਾਰ ਉਲਟਾ ਹੁਣ ਜਿੱਦਾਂ ਜੇ ਦੇਖੀਏ ਆਪਾਂ ਆਮ ਸ਼ਹਿਰੀਆਂ ਨੂੰ ਨਿਰਭੀਤ ਰੱਖਣਾ, ਉਹਨਾਂ ਨੂੰ ਆਦਰਸ਼ ਮਾਹੌਲ ਦੇਣਾ, ਇਹ ਸਰਕਾਰ ਦੀ ਜ਼ਿੰਮੇਵਾਰੀ ਆ। ਤਾਂ ਹੁਣ ਸਰਕਾਰ ਹੀ ਕੀ ਕਰ ਰਹੀ ਆ ਕਿ ਜੋ ਲੋਕ ਸਮਾਜ ਨੂੰ ਭੈਭੀਤ ਕਰ ਰਹੇ ਆ, ਦੇਸ਼ ਨੂੰ ਭੈਭੀਤ ਕਰ ਰਹੇ ਆ, ਸੰਸਥਾਵਾਂ ਦਾ ਖੁਦ ਸਰਕਾਰ ਕੰਮ ਕਰ ਰਹੀ ਆ। ਫਿਰ ਦੂਜੇ ਪਾਸੇ ਜਿਹੜੀ ਡੈਮੋਕ੍ਰੇਸੀ ਹੈ ਉਹਨੂੰ ਤੇ ਖੁਦ ਟੁੱਡੇ ਮਾਰਦੀ ਪਈ ਸਰਕਾਰ। ਆਪਾਂ ਕਸ਼ਮੀਰ ਵਾਲਾ ਮੁੱਦਾ ਦੇਖਿਆ। ਯਾਨੀ ਸਰਕਾਰ ਜਿਹੜੀ ਜ਼ਿੰਮੇਵਾਰੀ ਹੈ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ, ਉਹ ਸਰਕਾਰ ਕਿਤੇ ਨਾ ਕਿਤੇ ਭਾਵੇਂ ਸਿੱਧੇ ਰੂਪ ਚ ਭਾਵੇਂ ਅਸਿੱਧੇ ਰੂਪ ਦੇ ਵਿੱਚ ਉਹ ਖੁਦ ਇਹਨਾਂ ਚੀਜ਼ਾਂ ਚ ਸ਼ਾਮਲ ਹੋ ਜਾਂਦੀ ਹੈ। ਕਿਉਂਕਿ ਇੱਥੇ ਮਸਲਾ ਜਿਹੜਾ ਉਹ ਰਿੜਕ ਕੇ ਵੋਟਾਂ ਕੱਢਣ, ਰਿੜਕ ਕੇ ਵੋਟਾਂ ਕੱਢਣ ਦੇ ਵਿੱਚ ਹੁਣ ਕੀ ਅੱਗੇ ਤਿੜਕਣ ਹੋਊਗੀ, ਕੀ ਅੱਗੇ ਤਿਲਕਣ ਹੋਊਗੀ, ਇਹ ਸਮਾਂ ਦੱਸੂਗਾ। ਸੋ ਭਲਕੇ ਜਿਹੜੀ ਧਰਮ ਸੰਸਦ ਹੋਣ ਜਾ ਰਹੀ ਆ ਉਹਦੇ ਬਾਰੇ ਵੀ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਜਿੱਦਾਂ ਕੁਛ ਮਾਮਲਿਆਂ ਦੇ ਵਿੱਚ ਕਾਨੂੰਨ ਦੀ ਵਰਤੋਂ ਕਰਦੀ ਆ ਇਹ ਸਰਕਾਰ, ਓਦਾਂ ਸਾਧੂ ਸੰਤਾਂ ਦੀ ਵਰਤੋਂ ਆ ਜਿਹੜੀ ਉਹ ਹੋ ਸਕਦੀ ਹੈ ਇਸ ਮਾਮਲੇ ਤੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਭਾਜਪਾ ਨੇ ਕਹਿੰਦੇ ਐਡਵਰਟਾਈਜ਼ਮੈਂਟ ਦੇ ਉੱਤੇ ਪਾਣੀ ਵਾਂਗ ਵਹਾਇਆ ਹੈ ਪੈਸਾ। ਦੇਖੋ, ਇਹ ਤੇ ਗੱਲ ਵਾਕਈ ਮੰਨਣ ਵਾਲੀ ਆ ਕਿ ਐਡ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਖੂਬ ਕਰਦੀ ਹੈ। ਚੰਦਾ ਵੀ ਇਹਨਾਂ ਨੂੰ ਖੂਬ ਮਿਲਦਾ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ।
5 ਰਾਜਾਂ ਦੇ ਵਿੱਚ ਇਲੈਕਸ਼ਨ ਚੱਲਦਾ ਪਿਆ, ਉਤੋਂ ਜਨਰਲ ਇਲੈਕਸ਼ਨ ਹੈ ਜਿਹੜਾ ਉਹ ਸਿਰ ਤੇ ਖਲੋਤਾ। ਤੇ ਜੋ ਬ੍ਰੌਡਕਾਸਟ ਆਡੀਅੰਸ ਰਿਸਰਚ ਕਾਉਂਸਲ ਬ੍ਰਾਕ ਜਿਹਨੂੰ ਕਹਿ ਦਿੰਦੇ ਆ, ਉਹਦੇ ਵੱਲੋਂ ਜਿਹੜਾ ਅੰਕੜਾ ਦਿੱਤਾ ਗਿਆ, ਉਹ ਕਹਿੰਦੇ ਕਿ 12 ਤੋਂ 16 ਨਵੰਬਰ ਦਰਮਿਆਨ ਟੀਵੀ ਚੈਨਲਾਂ ਤੇ 22,099 ਵਾਰ ਭਾਰਤੀ ਜਨਤਾ ਪਾਰਟੀ ਦਾ ਇਸ਼ਤਿਹਾਰ ਵੇਖਿਆ ਗਿਆ, ਯਾਨੀ 22,000 ਦਫਾ ਇੱਕ ਸਿਰਫ 4 ਦਿਨ ਦੇ ਵਾਸਤੇ। ਉਹ ਕਹਿੰਦੇ ਆ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਜੋ ਇਸ਼ਤਿਹਾਰਦਾਤਾ ਨੇ, ਵੈਸੇ ਤੇ ਸਾਰੇ ਮੀਡੀਆ ਹਾਊਸ ਤੁਹਾਨੂੰ ਪਤਾ ਇਸ਼ਤਿਹਾਰਾਂ ਨਾਲ ਹੀ ਚੱਲਦੇ ਆ, ਪਰ ਅੱਜ ਕੱਲ ਭਾਰਤ ਦੇ ਵਿੱਚ ਮੀਡੀਆ ਹਾਊਸ ਹੈ ਜਿਹੜੇ ਉਹ ਇਸ਼ਤਿਹਾਰ ਦੇ ਥੱਲੇ ਦਬ ਹੀ ਗਏ, ਵਜਨ ਹੀ ਇੰਨਾ ਜ਼ਿਆਦਾ ਇਸ਼ਤਿਹਾਰਾਂ ਦਾ। ਤਾਂ ਜਿਹੜੀਆਂ ਦੂਸਰੀਆਂ ਪਾਰਟੀਆਂ ਉਹਨਾਂ ਦੇ ਵਿੱਚੋਂ ਕਾਂਗਰਸ ਜਿਹੜੀ ਉਹ ਟੌਪ 10 ਦੇ ਵਿੱਚ ਵੀ ਹੈ, ਮਤਲਬ ਕਾਂਗਰਸ ਦਾ ਕੋਈ ਇੱਕਾ ਦੁੱਕਾ ਹੀ ਇਸ਼ਤਿਹਾਰ ਚੱਲ ਰਿਹਾ, ਬਾਕੀ ਇਹ ਸਾਰੀ ਦੌੜ ਦੇ ਵਿੱਚ ਉਹ ਸ਼ਾਮਲ ਨਹੀਂ। ਤੇ ਦੱਸਦੇ ਆ ਕਿ 2211 ਕਰੋੜ ਰੁਪਏ ਦੇ ਇਸ਼ਤਿਹਾਰ ਜਿਹੜੇ ਉਹ ਇਲੈਕਟ੍ਰੋਨਿਕ ਮੀਡੀਆ ਨੂੰ ਦਿੱਤੇ ਗਏ ਇਸ ਸਰਕਾਰ ਵੱਲੋਂ, ਯਾਨੀ 2014 ਤੋਂ ਲੈ ਕੇ 2018 ਤੱਕ ਜੇ ਕੁੱਲ ਐਡ ਦਾ ਖਰਚਾ ਤੁਸੀਂ ਦੇਖੋਗੇ ਮੋਦੀ ਗਵਰਨਮੈਂਟ ਦਾ, ਉਹ ਹੈਗਾ 4996 ਕਰੋੜ, ਆਲਮੋਸਟ 5000 ਕਰੋੜ ਰੁਪਏ। ਔਰ ਇਹ ਇੰਨਾ ਜ਼ਿਆਦਾ ਖਰਚਾ ਰਾਜ ਕਰਨ ਦੀ ਸੀ ਕਿ ਜਿਹੜੀ ਯੂਪੀਏ ਗਵਰਨਮੈਂਟ ਸੀਗੀ, ਜਿਹੜੀ 2 ਵਾਰੀ ਰਾਜ ਕਰਕੇ ਗਈ ਆ ਲਗਾਤਾਰ, ਉਹਦਾ 2 ਵਾਰੀਆਂ ਦਾ ਖਰਚਾ ਨਹੀਂ ਸੀ, ਯਾਨੀ ਉਹਨਾਂ ਨੇ 10 ਸਾਲਾਂ ਚ ਇੰਨਾ ਖਰਚ ਨਹੀਂ ਕੀਤਾ ਜਿੰਨਾ ਇਹਨਾਂ ਨੇ ਖਰਚ ਇੱਕ ਟਰਮ ਦੇ ਵਿੱਚ ਕਰ ਦਿੱਤਾ। ਤੁਹਾਨੂੰ ਯਾਦ ਹੋਣਾ ਕਿ ਟਾਈਮ ਸਕੁਅਰ ਹੈ ਸ਼ਾਇਦ, ਉਹਦੇ ਵਿੱਚ ਇੱਕ ਐਡ ਜਿਹੜੀ ਆ ਬਹੁਤ ਮਹਿੰਗੀ ਚੱਲਦੀ, ਤਾਂ ਉੱਥੇ ਵੀ ਜਾ ਕੇ ਇਹਨਾਂ ਨੇ ਮੋਦੀ ਦੀ ਐਡ ਚਲਾਤੀ ਸੀ, ਕੁਝ ਸੈਕਿੰਡ ਵਾਸਤੇ 9 ਕਰੋੜ ਰੁਪਇਆ ਖਰਚ ਕੀਤਾ ਜੀ। ਸੋ ਇਹ ਆਪਣੇ ਆਪ ਦੇ ਵਿੱਚ ਹੁਣ ਇੱਕ ਵਿਚਾਰਨ ਵਾਲਾ ਵਿਸ਼ਾ ਕਿ ਕਿਸ ਤਰੀਕੇ ਦੇ ਨਾਲ ਇੱਕ ਤੇ ਆਪਣੀਆਂ ਪਾਰਟੀਆਂ ਨੂੰ ਚਮਕਾਇਆ ਜਾਂਦਾ ਇਹਨਾਂ ਇਸ਼ਤਿਹਾਰਾਂ ਦੇ ਨਾਲ। ਤੁਸੀਂ ਇਹ ਦੇਖੋਗੇ ਕਿ ਜਦੋਂ ਵੀ ਇਸ਼ਤਿਹਾਰ ਦਿੱਤੇ ਜਾਂਦੇ, ਜਨਤਾ ਵਾਸਤੇ ਜਨਹਿਤ ਸੂਚਨਾ ਘੱਟ ਹੁੰਦੀ ਹੈ, ਇਨਫੋਰਮੇਸ਼ਨ ਘੱਟ ਹੁੰਦੀ ਆ, ਪਾਰਟੀਆਂ ਦਾ ਵਿਖਿਆਨ ਜ਼ਿਆਦਾ ਹੁੰਦਾ, ਔਰ ਪੈਸਾ ਕਿੱਥੋਂ ਜਾਂਦਾ? ਸੱਤਾਧਾਰੀਆਂ ਦਾ, ਉਹ ਜਾਂਦਾ ਹੈ ਲੋਕਾਂ ਦੇ ਖਜ਼ਾਨੇ। ਔਰ ਦੂਜੀ ਚੀਜ਼ ਇਹ ਆ ਕਿ ਮੀਡੀਆ ਨੂੰ ਸੈੱਟ ਕਰਨ ਵਾਸਤੇ, ਮੀਡੀਆ ਦੇ ਨਾਲ ਜਾਂ ਸਿੱਧੇ ਸ਼ਬਦਾਂ ਚ ਕਹਾਂ ਸੌਦਾ ਕਰਨ ਵਾਸਤੇ, ਉਹ ਵੀ ਇਸ਼ਤਿਹਾਰਾਂ ਦਾ ਸਹਾਰਾ ਲਿਆ ਜਾਂਦਾ ਹੈ। ਔਰ ਉਹ ਇਸ਼ਤਿਹਾਰ ਕਿੱਥੋਂ ਜਾ ਰਹੇ ਆ? ਉਹ ਵੀ ਜਾ ਰਹੇ ਆ ਲੋਕਾਂ ਦੀ। ਦੇਖੋ ਜੀ ਬਿਲਕੁਲ, ਇਹ ਜਿਹੜਾ ਕੰਮ ਆ ਲਗਾਤਾਰ ਜਾਰੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, ਮਿੰਟੂ ਜੀ ਵੀ ਕਹਿੰਦੇ ਵਿਸ਼ਵ ਕੱਪ ਦੇ ਵਿੱਚ ਹਾਰਨ ਤੋਂ ਬਾਅਦ ਹਰਮਨਪ੍ਰੀਤ ਕੌਰ ਤੇ ਲੱਗੇ ਦੋਸ਼। ਇਸ ਕੁੜੀ ਦਾ ਮੇਰੇ ਖਿਆਲ ਦੇ ਨਾਲ ਨਾ ਨਛੱਤਰ ਹੀ ਹੁਣ ਇਹੋ ਜਿਹਾ ਬਣ ਗਿਆ ਕਿ ਕੋਈ ਨਾ ਕੋਈ ਵਿਵਾਦ ਹੈ ਜਿਹੜਾ ਜੁੜ ਜਾਂਦਾ ਜੀ। ਦੇਖੋ ਸੈਮੀਫਾਈਨਲ ਚ ਕੁੜੀਆਂ ਹਾਰ ਗਈਆਂ, ਇੰਗਲੈਂਡ ਤੋਂ ਹਾਰ ਗਈਆਂ, ਉਸ ਦਿਨ ਇਹਨਾਂ ਦਾ ਬੈਡ ਡੇ ਸੀਗਾ, ਜਿਹਨੂੰ ਆਪਾਂ ਬੁਰਾ ਦਿਨ ਕਹਿੰਦੇ ਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਇਹ ਅਨਬੀਟਨ ਸੀਗੀਆਂ ਸੈਮੀਫਾਈਨਲ ਚ ਜਦੋਂ ਗਈਆਂ, ਇੰਗਲੈਂਡ ਨੇ ਇਹਨਾਂ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਸੀਗਾ। ਉਹਦੇ ਵਿੱਚ ਕੀ ਚੱਕਰ ਸੀਗਾ ਕਿ ਸਭ ਤੋਂ ਜ਼ਿਆਦਾ ਜਿਹੜੀ ਆਲੋਚਨਾ ਹੋਈ ਸੀ ਉਹ ਇੱਕ ਫੈਸਲੇ ਨੂੰ ਹੋਈ ਸੀ, ਕਿਉਂਕਿ ਇੱਕ ਬਹੁਤ ਤਕੜੀ ਖਿਡਾਰਨ ਆ ਮਿਥਾਲੀ ਰਾਜ, ਓਪਨਰ ਆ, ਉਹਨੂੰ ਬਾਹਰ ਬਿਠਾਇਆ ਗਿਆ ਸੀਗਾ ਇਸ ਮਹੱਤਵਪੂਰਨ ਮੈਚ ਦੇ ਵਿੱਚ, ਜਦ ਕਿ ਉਹਨੇ ਇੱਕ ਮੈਚ ਪਹਿਲਾਂ ਹੀ ਅਰਧ ਸੈਂਕੜਾ ਬਣਾਇਆ ਸੀ। ਉਹਨੂੰ ਅਚਾਨਕ ਟੀਮ ਚੋਂ ਡ੍ਰੌਪ ਆਊਟ ਕਰ ਦੇਣਾ ਇੱਕ ਬਹੁਤ ਇੱਕ ਸੋਚਣ ਵਿਚਾਰਨ ਵਾਲਾ ਵਿਸ਼ਾ ਸੀਗਾ। ਖੈਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਕਈ ਵਾਰ, ਪਰ ਮਿਥਾਲੀ ਰਾਜ ਦੀ ਜਿਹੜੀ ਮੈਨੇਜਰ ਆ ਉਹਨੇ ਟਵੀਟ ਕਰ ਦਿੱਤਾ, ਉਹ ਕਹਿੰਦੀ ਹੈ ਕਿ ਅਫਸੋਸ ਭਾਰਤੀ ਟੀਮ ਰਾਜਨੀਤੀ 'ਚ ਯਕੀਨ ਰੱਖਦੀ ਹੈ ਨਾ ਕਿ ਖੇਡ। ਭਾਰਤ ਅਤੇ ਆਇਰਲੈਂਡ ਮੈਚ ਮਿਥਾਲੀ ਦਾ ਤਜਰਬਾ ਕਿੰਨਾ ਕੰਮ ਆ ਸਕਦਾ ਸੀ, ਹਾਲਾਂਕਿ ਉੱਥੇ ਆਇਰਲੈਂਡ ਲਿਖ ਰਹੇ ਇੰਗਲੈਂਡ ਦਾ, ਤਾਂ ਉਹ ਕਹਿੰਦੇ ਆ ਕਿ ਜਾਣਦੇ ਹੋਏ ਵੀ ਝੂਠੀ ਅਤੇ ਚਲਾਕ ਹਰਮਨਪ੍ਰੀਤ ਨੂੰ ਖੁਸ਼ ਕਰਨ ਲਈ ਉਹਨਾਂ ਦੀ ਗੱਲ ਮੰਨੀ। ਮਤਲਬ ਉਹਨੂੰ ਝੂਠੀ ਕਿਹਾ ਜਾ ਰਿਹਾ, ਚਲਾਕ ਕਿਹਾ ਜਾ ਰਿਹਾ। ਜਿਹੜਾ ਮਿਥਾਲੀ ਰਾਜ ਨੂੰ, ਹੁਣ ਦੇਖੋ ਮਿਥਾਲੀ ਆਪ ਦੇ ਸਾਹਮਣੇ ਨਹੀਂ ਆਈ, ਉਹਦੀ ਮੈਨੇਜਰ ਟਵੀਟ ਕਰਦੀ ਔਰ ਉਸ ਤੋਂ ਬਾਅਦ ਦੱਸਦੇ ਆ ਕਿ ਉਹਦਾ ਅਕਾਊਂਟ ਵੀ ਡਿਲੀਟ ਕਰ ਦਿੱਤਾ ਗਿਆ ਕਿਉਂਕਿ ਉਹ ਆਪਣੀ ਗੱਲ ਤੇ ਸਟੈਂਡ ਕਰ ਰਹੀ ਸੀ। ਹੁਣ ਇਹ ਤੇ ਠੀਕ ਆ ਕਿ ਵਿਸ਼ਾ ਜਿਹੜਾ ਵਿਚਾਰਨ ਵਾਲਾ ਕਿ ਇਹ ਫੈਸਲਾ ਕਿਉਂ ਲਿਆ ਗਿਆ, ਪਰ ਮੈਂ ਜਿੱਥੋਂ ਤੱਕ ਜਾਣਦਾ, ਜਿੰਨਾ ਕਿ ਮੈਨੂੰ ਖੇਡ ਬਾਰੇ ਤਜਰਬਾ ਹੈ, ਕਿ ਇਸ ਤਰ੍ਹਾਂ ਜਿਹੜੇ ਫੈਸਲੇ ਲਏ ਜਾਂਦੇ ਆ ਉਹ ਵਿਅਕਤੀਗਤ ਤੌਰ ਤੇ ਕੈਪਟਨ ਇਕੱਲਾ ਨਹੀਂ ਲੈਂਦਾ, ਮੈਨੇਜਮੈਂਟ ਰਲ ਕੇ ਲਈ। ਪਲੇਇੰਗ 11 ਕਿਹੜੀ ਹੋਊਗੀ, ਕਿਹੜਾ ਬੰਦਾ ਕਿੱਥੇ ਜਾਊਗਾ, ਇੱਕ ਬੰਦਾ ਨਹੀਂ ਫੈਸਲਾ ਕਰਦਾ, ਮੈਨੇਜਮੈਂਟ ਹੁੰਦੀ ਹੈ, ਸਾਰੇ ਵਿਚਾਰ ਕਰਦੇ ਆ। ਕਈ ਵਾਰ ਕੈਪਟਨ ਜਿਹੜਾ ਆ ਉਹ ਗਲਤ ਫੈਸਲਾ ਲੈ ਜਾਂਦਾ ਹੈ ਜਾਂ ਸੁਝਾਅ ਗਲਤ ਰੱਖ ਲੈਂਦਾ, ਪਰ
ਉਸ ਲੜਾਈ ਨੂੰ, ਉਸ ਗਲਤ ਫੈਸਲੇ ਨੂੰ ਜੇ ਮੰਨ ਵੀ ਲੈਂਦੇ ਕਿ ਹਰਮਨਪ੍ਰੀਤ ਨੇ ਕਿਤੇ ਆਪਣਾ ਪ੍ਰਭਾਵ ਪਾ ਕੇ ਫੈਸਲਾ ਕਰਵਾਇਆ, ਉਹਨੂੰ ਇਸ ਤਰ੍ਹਾਂ ਪਬਲਿਕਲੀ ਲੈ ਜਾਣਾ ਮੇਰੇ ਖਿਆਲ ਦੇ ਨਾਲ ਠੀਕ, ਟੀਮ ਦਾ ਮਨੋਬਲ ਹੈ ਜਿਹੜਾ ਉਹ ਵੀ ਡਿੱਗੇਗਾ। ਔਰ ਜਿਹੜੀ ਭਾਰਤੀ ਵੂਮਨ ਕ੍ਰਿਕਟ ਟੀਮ ਹੈ ਜਿਹੜੀ ਬੜੀ ਤੇਜ਼ੀ ਦੇ ਨਾਲ ਗਰੋ ਹੋਈ ਆ, ਉਹਦਾ ਜਿਹੜਾ ਅਕਸ਼ ਹੈ ਉਹ ਵੀ ਪ੍ਰਭਾਵਿਤ ਹੋਏਗਾ। ਖੈਰ ਇੱਕ ਵਿਵਾਦ ਬਣ ਕੇ ਹੁਣ ਆਉਣ ਵਾਲੇ ਦਿਨਾਂ 'ਚ ਇਹ ਵੇਖਣਾ ਹੋਊਗਾ ਕਿ ਹਰਮਨਪ੍ਰੀਤ ਕੌਰ ਕੀ ਜਵਾਬ ਦਿੰਦੀ ਹੈ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਪੁਲਿਸ ਵੱਲੋਂ ਦਾਅਵਾ ਆ ਵੀ ਜਿਹੜਾ ਹਮਲਾ ਹੋਇਆ ਆ ਉਸ ਨੂੰ ਸੁਲਝਾ ਲਿਆ ਗਿਆ ਆ। ਬਿਲਕੁਲ, ਇਹਨਾਂ ਨੇ ਪਹਿਲਾਂ ਹੀ ਕਹਿਤਾ ਸੀਗਾ ਸੁਲਝਾ ਲਿਆ ਗਿਆ, ਔਰ ਉਦੋਂ ਹੀ ਪਤਾ ਲੱਗ ਗਿਆ ਸੀਗਾ ਕਿ ਦੂਸਰੀ ਗ੍ਰਿਫਤਾਰੀ ਵੀ ਹੋ ਗਈ ਆ। ਅੱਜ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਦੂਜਾ ਮੁੰਡਾ ਵੀ ਹੈ ਜਿਹੜਾ ਉਹ ਵੀ ਫੜਿਆ ਗਿਆ, ਜਿਹਦਾ ਨਾਮ ਅਵਤਾਰ ਸਿੰਘ ਹੈ। ਤੇ ਉਹਦੇ ਬਾਰੇ ਤੇ ਉਦੋਂ ਹੀ ਚਰਚਾ ਚੱਲ ਪਈ ਸੀਗੀ, ਹਾਲਾਂਕਿ ਪੁਸ਼ਟੀ ਨਹੀਂ ਸੀ ਕਿ ਕੋਈ ਕਰ ਰਿਹਾ, ਪਰ ਇਹ ਗੱਲ ਜਿਹੜੀ ਆ ਉਦੋਂ ਹੀ ਚੱਲ ਪਈ ਸੀਗੀ ਕਿ ਦੂਜਾ ਬੰਦਾ ਵੀ ਸਕੈਚ ਜਿਹੜਾ ਬਣਾਇਆ ਗਿਆ ਸੀਗਾ, ਉਹ ਸਕੈਚ ਆਪਣੇ ਆਪ ਦੇ ਵਿੱਚ ਹੁਣ ਲੱਗਦਾ ਕਿ ਤਸਵੀਰ ਹੀ ਬਣ ਗਿਆ, ਕਿ ਉਦੋਂ ਹੀ ਤਸਵੀਰ ਸਾਹਮਣੇ ਆ ਗਈ। ਖੈਰ ਇਹਨਾਂ ਨੇ ਪੜ ਲਿਆ। ਹੁਣ ਇਸ ਤੋਂ ਬਾਅਦ ਇਹਨਾਂ ਨੇ ਦੋ ਤਿੰਨ ਚੀਜ਼ਾਂ ਕਹੀਆਂ। ਕਹਿੰਦੇ ਆ ਕਿ ਪਾਕਿਸਤਾਨ 'ਚ ਬੈਠਾ ਕੋਈ ਜਵੇਦ ਨਾਂ ਦਾ ਸ਼ਖਸ ਸੀਗਾ ਜਿਹੜਾ ਉਹ ਇਹਨਾਂ ਦੋਹਾਂ ਦੇ ਸੰਪਰਕ ਦੇ ਵਿੱਚ ਸੀਗਾ, ਔਰ ਉਹੀ ਸੁਨੇਹੇ ਦਿੰਦਾ ਸੀਗਾ। ਯਾਨੀ ਪਾਕਿਸਤਾਨ ਵਾਲੇ ਕੰਡੈਮ ਕਰਦੇ ਇਸ ਚੀਜ਼ ਨੂੰ, ਡਿਨਾਈ ਕਰਦੇ ਆ ਕਿ ਉਹਨਾਂ ਦਾ ਕੋਈ ਹੱਥ ਆ, ਪਰ ਉਹ ਕਹਿੰਦੇ ਆ, ਪੰਜਾਬ ਪੁਲਿਸ ਵਾਲੇ ਕਹਿੰਦੇ ਆ ਕਿ ਨਹੀਂ ਜੀ, ਉਧਰ ਬੈਠਾ ਇੱਕ ਸ਼ਖਸ ਸੀਗਾ ਜਿਹੜਾ ਦੋਵਾਂ ਦਾ ਸੰਪਰਕ ਸੀਗਾ। ਔਰ ਨਾਲ ਇਹ ਵੀ ਕਿਹਾ ਕਿ ਇੱਕ ਵਡਾਲਾ ਪਿੰਡ ਦਾ ਕੋਈ ਪਰਮਜੀਤ ਸਿੰਘ ਬਾਬਾ, ਉਹ ਵੀ ਇਹਨਾਂ ਦੀ ਹੈਲਪ ਕਰਦਾ ਪਿਆ। ਤੇ ਨਾਲ ਇਹਨਾਂ ਨੇ ਕਿਹਾ ਕਿ ਜੋ ਗ੍ਰੇਨੇਡ ਵਰਤਿਆ ਗਿਆ, ਜਿਹੜਾ ਕਿਸੇ ਦਰਖਤ ਦੇ ਤਣੇ ਹੇਠ ਰੱਖਿਆ ਗਿਆ ਸੀਗਾ ਜਾਂ ਮੋਢੇ ਹੇਠ ਰੱਖਿਆ ਗਿਆ ਸੀਗਾ, ਉਹਦੇ ਵਿੱਚ ਵੀ ਦੱਸਦੇ ਕਿ ਇੰਟਰਨੈਟ ਦੀ ਸਹਾਇਤਾ ਨਾਲ ਹੀ ਇਹ ਸਾਰਾ ਕੁਛ ਕੀਤਾ ਗਿਆ ਸੀ। ਯਾਨੀ ਉਹ ਗ੍ਰੇਨੇਡ ਉੱਤੇ ਕਿਹਨੇ ਰੱਖਿਆ, ਕਿਹੜੇ ਸ਼ਖਸ ਨੇ ਰੱਖਿਆ, ਹੁਣ ਇੰਟਰਨੈਟ ਦੇ ਵਿੱਚੋਂ ਆਪ ਤੇ ਕੋਈ ਨਿਕਲ ਕੇ ਨਹੀਂ ਆਇਆ ਹੋਣਾ ਰੋਬਟ, ਤਾਂ ਬੰਦਾ ਕਿਹੜਾ ਸੀਗਾ ਇਹ ਪੁਲਿਸ ਪ੍ਰਤੱਖ ਰੂਪ ਦੇ ਵਿੱਚ ਕੁਛ ਨਹੀਂ ਦੱਸ ਪਾ ਰਹੀ। ਤਾਂ ਇਹ ਜ਼ਰੂਰ ਕਹਿ ਰਹੇ ਆ ਕਿ ਬੰਦਾ ਜਿਹੜਾ ਉਹ ਇੱਕ ਹੋਰ ਵੀ ਹੈ ਜਿਹੜਾ ਉਹ ਨਾਲ ਇਹਨਾਂ ਨੂੰ ਹੈਲਪ ਕਰਦਾ ਪਿਆ ਸੀਗਾ। ਯਾਨੀ ਇਹਦਾ ਮਤਲਬ ਇਹੋ ਆ ਕਿ ਗ੍ਰਿਫਤਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹੋਣਗੀਆਂ। ਬਾਕੀ ਦੇਖੋ ਹੁਣ ਪੁਲਿਸ ਦੀ ਕਹਾਣੀ ਹੈ ਜਿਹੜੀ ਉਹ ਆ ਗਈ ਹੈ, ਸਾਰੀ ਰਿਕਾਰਡ ਤੇ ਆ ਗਈ, ਉਹ ਅਦਾਲਤ 'ਚ ਜਾਏਗੀ। ਦੂਸਰੇ ਪਾਸੇ ਜਿਹੜੇ ਲੋਕ ਕਹਿ ਰਹੇ ਆ ਕਿ ਇਹ ਬੰਦੇ ਸਾਡੇ ਬੇਗੁਨਾਹ ਆ, ਉਹਨਾਂ ਨੇ ਹੁਣ ਆਪਣੀਆਂ ਦਲੀਲਾਂ ਦੇ ਕੇ ਆਪਣੇ ਆਪ ਨੂੰ ਥੱਕਿਆ ਮਹਿਸੂਸ ਕਰ ਲੈਣਾ, ਤਾਂ ਮਸਲਾ ਚਲੇ ਜਾਣਾ ਕੋਰਟ ਦੇ ਵਿੱਚ। ਕੋਰਟ ਤੇ ਹੀ ਫੈਸਲਾ ਹੋਏਗਾ ਕਿ ਕੌਣ ਗਲਤ ਹੈ ਕੌਣ ਸਹੀ ਹੈ। ਇੱਥੇ ਸਵਾਲ ਸਭ ਤੋਂ ਵੱਡਾ ਖੜਾ ਹੁੰਦਾ ਕਿ ਹੁਣ ਦੇਖੋ, ਜਿੱਦਾਂ ਇਹਨਾਂ ਨੇ ਆਪ ਪ੍ਰੈਸ ਕਾਨਫਰੰਸ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ, ਫਿਰ ਅੱਜ ਡੀਜੀਪੀ ਨੇ ਕੀਤੀ ਆ, ਤਾਂ ਜਦੋਂ ਬਰਗਾੜੀ ਵਾਲਾ ਮਾਮਲਾ ਵਾਪਰਿਆ ਸੀ, ਤੁਹਾਨੂੰ ਯਾਦ ਹੋਣਾ ਜਦੋਂ ਪ੍ਰੇਮੀ ਫੜੇ ਗਏ ਸੀ, ਉਦੋਂ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਨੇ ਆ ਕੇ ਪ੍ਰੈਸ ਕਾਨਫਰੰਸ, ਸਹੀ ਗੱਲ ਜੀ, ਨਾ ਡੀਜੀਪੀ ਨੇ ਕੀਤੀ ਸੀ ਨਾ ਕੈਪਟਨ ਅਮਰਿੰਦਰ ਸਿੰਘ ਨੇ, ਟਵੀਟ ਤੱਕ ਨਹੀਂ ਸੀਗਾ। ਤਾਂ ਦੂਜੇ ਪਾਸੇ ਮੌੜ ਬੰਬ ਧਮਾਕਾ, ਜਿਹਦੇ ਸਭ ਤੋਂ ਵੱਡੇ ਗਵਾਹ ਸੀਗੇ ਉਹ ਡੈਂਟਰ ਪੈਂਟਰ ਜਿਨ੍ਹਾਂ ਨੇ ਕਾਰ ਅਸੈਂਬਲ ਕੀਤੀ ਸੀ, ਬਿਲਕੁਲ, ਤਾਂ ਉਹ ਖੁਦ ਪੇਸ਼ ਵੀ ਹੋ ਗਏ। ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੱਖ ਨਹੀਂ ਬੋਲਿਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੇ ਏਡੇ ਵੱਡੇ ਵੱਡੇ ਕੇਸ ਟ੍ਰੇਸ ਹੋ ਰਹੇ ਆ, ਤਾਂ ਫਿਰ ਮੌੜ ਬੰਬ ਧਮਾਕੇ ਬਾਰੇ ਕੀ ਮੌਤ ਹੋਈ, ਤਾਂ ਉਹ ਕਿ ਜਿਹੜੇ ਮਰੇ ਆ ਉਹ ਨਿਰਦੋਸ਼ ਨਹੀਂ ਸੀਗੇ, ਹਾਲਾਂਕਿ ਨਿਰੰਕਾਰੀ ਹੈ। ਮੈਂ ਸਮਝਦਾ ਕਿ ਉਹ ਵੀ ਬਹੁਤ ਮਾੜਾ ਹੋਇਆ, ਚਾਹੇ ਜਿੱਦਾਂ ਮਰਜੀ ਜਿਹਨੇ ਮਰਜੀ ਕੀਤਾ, ਜਿਸ ਮਰਜੀ ਮਨਸ਼ਾ ਭਾਵਨਾ ਨਾਲ ਕੀਤਾ, ਉਹ ਗਲਤ ਹੋਇਆ। ਨਿਰਦੋਸ਼ ਬੰਦਾ ਕੋਈ ਵੀ ਆ, ਕਿਸੇ ਵੀ ਫਿਰਕੇ ਦਾ, ਕਿਸੇ ਵੀ ਮਜ਼ਹਬ ਦਾ, ਉਹ ਨਿਰਦੋਸ਼ ਹੀ ਆ। ਤਾਂ ਮੌੜ ਬੰਬ ਧਮਾਕੇ ਚ ਜਿਹੜੇ ਮਾਸੂਮ, ਜਿਹੜੇ ਨਿਰਦੋਸ਼ ਮਰੇ ਆ, ਕਿ ਉਹ ਬੰਦੇ, ਜ਼ਰੂਰਤ ਇਸ ਗੱਲ ਦੀ ਆ ਕਿ ਉਧਰੋਂ ਵੀ ਜਵਾਬ ਦਿੱਤਾ ਜਾਵੇ ਕਿ ਮੌੜ ਬੰਬ ਧਮਾਕੇ ਪਿੱਛੇ ਐਸਾ ਕੌਣ ਸ਼ਖਸ ਆ ਜਿਹੜਾ ਮਾਮਲਾ ਜਿਹੜਾ ਤੁਸੀਂ ਟ੍ਰੇਸ ਨਹੀਂ ਕਰਦੇ, ਜਦ ਕਿ ਦੂਜੇ ਤੁਸੀਂ ਚੁਟਕੀਆਂ 'ਚ ਕਰੀ ਜਾ ਰਹੇ ਹੋ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਆ ਵੀ MLA ਦੀ ਝਾੜ ਸਹਿਣ ਤੋਂ ਬਾਅਦ 'ਚ ਉੱਚ ਅਧਿਕਾਰੀਆਂ ਨੇ ਵੀ ਲਾਈ ਮਹਿਲਾ SHO ਦੀ ਕਲਾਸ। ਇਹ ਉਹੀ ਆ ਮਸਲਾ ਜਿਹੜਾ ਸ਼ੇਰ ਸਿੰਘ ਘੁਬਾਇਆ ਦਾ ਮੁੰਡਾ, ਜਿਹੜਾ ਦਵਿੰਦਰ ਸਿੰਘ ਘੁਬਾਇਆ ਤੇ SHO ਦੇ ਦਰਮਿਆਨ ਵੱਧ ਗਿਆ ਸੀਗਾ। ਉਸ ਤੋਂ ਬਾਅਦ ਇੱਕ ਆਡੀਓ ਜਿਹੜੀ ਆ ਉਹ ਵਾਇਰਲ ਹੋਈ ਸੀਗੀ, ਤੇ ਹੁਣ ਦੱਸਦੇ ਆ ਕਿ ਜਿਹੜੇ ਉੱਥੋਂ ਦੇ ਫਿਰੋਜ਼ਪੁਰ ਦੇ ਇੰਸਪੈਕਟਰ ਜਨਰਲ ਆ, ਉਹਨਾਂ ਨੇ ਇਸ ਬਾਬਤ ਇੱਕ ਸਰਕੂਲੇਸ਼ਨ ਜਾਰੀ ਕਰ ਦਿੱਤਾ, ਉਹ ਜਿਹੜਾ ਸਰਕੂਲਰ ਜਾਰੀ ਕਰ ਦਿੱਤਾ ਸਭੀ। ਤਾਂ ਉਸ ਸਰਕੂਲਰ ਦੇ ਵਿੱਚ ਉਹਨਾਂ ਨੇ ਹਦਾਇਤਾਂ ਦਿੱਤੀਆਂ ਨੇ ਕਿ ਤੁਸੀਂ ਇਸ ਤਰ੍ਹਾਂ ਦੀ ਕੋਈ ਜੇ ਗੱਲਬਾਤ ਹੁੰਦੀ ਆ ਤਾਂ ਬਾਹਰ ਨਹੀਂ ਕੱਢੋਗੇ ਗੱਲ,
मतलब कि सोशल मीडिया का इस्तेमाल नहीं करोगे। जे कोई इस तरह की गल वापरदी आ तो तुसी अपने सीनियर अधिकारियों नूं सूचित करो। तो कहते हैं कि सोशल मीडिया ते पहुंच करना सीधे तौर पर नियमां दा उलंघन है। मतलब यह आ कि जे आपां आखीए पंजाबी दे विच कि वो अपने पुलिस अफसर दे नाल खड़न दी थां ते वो खड़ रहे ने सियासतदानां दे हक दे। हालांकि नियमावली पहला हुंदी आ, पर इत्थे सीधे तौर पे तोड़ के गल कही जा रही है कि भाई तुसी सोशल मीडिया ते नहीं करना। जिद्दां ਉਹ ਇੱਕ ਤੇਜ ਬਹਾਦਰ ਸੀਗਾ BSF ਵਾਲਾ, ਤਾਂ ਉਹਨੇ ਉਹ ਜਦੋਂ ਦਿਖਾਇਆ ਕਿ ਅਸੀਂ ਆਹ ਕੁਝ ਖਾਂਦੇ ਆ, ਤਾਂ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਗਿਆ ਕਿ ਹੁਣ ਕੋਈ ਸੋਸ਼ਲ ਮੀਡੀਆ ਤੇ ਫੋਟੋ ਨਹੀਂ ਪਾਊਗਾ, ਵੀਡੀਓ ਨਹੀਂ ਪਾਊਗਾ। ਇਹ ਨਹੀਂ ਕਿਸੇ ਨੇ ਕਿਹਾ ਕਿ ਪਹਿਲਾਂ ਭਾਈ ਉਹਨਾਂ ਦੇ ਖਾਣਾ ਠੀਕ ਕਰੋ ਜਿਹੜੇ ਸਰਹੱਦਾਂ ਤੇ ਚੱਤੋ ਪੈਰ ਛਾਤੀਆਂ ਡਾ ਕੇ ਯਾਨੀ ਇੱਥੇ ਵੀ ਇਹੋ ਹੀ ਆ ਕਿ ਇਹਨਾਂ ਚੀਜ਼ਾਂ ਦਾ ਹੱਲ ਕੱਢਣ ਵਾਸਤੇ ਭਾਈ ਹਾਂ ਠੀਕ ਆ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ, ਪਰ ਇਸ ਤਰ੍ਹਾਂ ਵੀ ਤੁਸੀਂ ਆਜ਼ਾਦ ਨਹੀਂ ਹੈ ਕਿ ਹਰੇਕ ਬੰਦੇ ਨੂੰ ਤੁਸੀਂ ਮਿੱਧ ਦੇ ਦਿਓ। ਸਿਆਸਤਦਾਨਾਂ ਬਾਰੇ ਵੀ ਪੁਲਿਸ ਨੂੰ ਜਾਂ ਜੋ ਸਾਡੇ ਹੋਰ ਪ੍ਰਸ਼ਾਸਕੀ ਅਧਿਕਾਰੀ ਆ ਉਹਨਾਂ ਨੂੰ ਇਹਨਾਂ ਕੁ ਥੋੜਾ ਜਿਹਾ ਹੁਣ ਗਟਸ ਦਿਖਾ ਕੇ ਕੰਮ ਕਰਨਾ ਹੀ ਚਾਹੀਦਾ। ਹੁਣ ਦੇਖੋ ਗਲਤੀ ਕੀਤੀ ਆ ਉਹ ਸਾਫ਼ ਜ਼ਾਹਰ ਹੋ, ਅਸਲ ਦੇ ਵਿੱਚ ਗਲਤ ਕੌਣ ਸੀ। ਹਾਂ ਠੀਕ ਆ ਪ੍ਰੋਟੋਕਾਲ ਆਪਣੀ ਥਾਂ ਤੇ ਆ, ਅਹੁਦਾ ਜਾਂ ਜਿਹੜਾ ਜਿਹਨੂੰ ਆਪਾਂ ਜੂਨੀਅਰ ਕਹਿ ਦਿੰਦੇ ਆ ਉਹ ਆਪਣੀ ਥਾਂ ਤੇ ਆ, ਪਰ ਆਡੀਓ ਦੇ ਵਿੱਚ ਸਭ ਕੁਝ ਸਾਫ਼ ਦਿਖਾਈ। ਤਾਂ ਹੁਣ ਇਹ ਚੀਜ਼ ਜਿਹੜੀ ਆ ਨਾ ਉਹ ਹੇਠਲੇ ਪੱਧਰ ਤੇ ਕਰਮਚਾਰੀਆਂ ਦਾ ਜਾਂ ਛੋਟੇ ਅਧਿਕਾਰੀਆਂ ਦਾ ਮਨੋਬਲ ਬੜਾ ਡੇਗਦੀ ਆ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਪਾਰਕਿੰਗ ਤੋਂ ਜਿਹੜਾ ਉਸ ਸਮੇਂ ਦਾ ਮੰਤਰੀ ਸੀਗਾ ਸਿਕੰਦਰ ਸਿੰਘ ਮਲੂਕਾ, ਉਹ ਇੱਕ ਹੌਲਦਾਰ ਨਾਲ ਲੜ ਪਿਆ ਸੀ ਔਰ ਉੱਥੇ ਗਾਲ ਮਤਾ ਕਿਹਨੇ ਕੱਢਿਆ ਉਹ ਸਾਰਾ ਕੁਝ ਵੀਡੀਓ ਦੇ ਵਿੱਚ ਸਾਫ਼ ਕੀਤਾ। ਉਲਟਾ ਹੋਇਆ ਕੀ ਸੀਗਾ ਕਿ ਉਹਦੇ ਨਾਲ ਖੜਨ ਦੀ ਥਾਂ ਵੱਡੇ ਅਧਿਕਾਰੀਆਂ ਨੇ ਉਸੇ ਹੌਲਦਾਰ ਦਾ ਤਬਾਦਲਾ ਕਰ ਦਿੱਤਾ। ਤਾਂ ਇਹ ਬਹੁਤ ਮੌਕਿਆਂ ਤੇ ਹੁੰਦਾ। ਜੇ ਇਹ ਹੇਠਲੇ ਪੱਧਰ ਦੇ ਅਧਿਕਾਰੀ ਹੇਠਲੇ ਪੱਧਰ ਦੇ ਕਰਮਚਾਰੀ ਡਿਊਟੀ ਨਹੀਂ ਨਿਭਾਉਂਦੇ ਇਹਨਾਂ ਦੀ ਤਾਂ ਸ਼ਾਮਤ। ਆਪਾਂ ਫਿਰੋਜ਼ਪੁਰ ਦੇ ਵਿੱਚ ਵੀ ਦੇਖਿਆ ਕਿ ਕਾਂਗਰਸੀਆਂ ਨੇ ਉਹ ਜਦੋਂ ਇਹ ਖਹਿਰੇ ਦੀ ਗੱਡੀ ਰੋਕਦੇ ਸੀ ਤਾਂ ਕਾਂਗਰਸੀਆਂ ਨੇ ਕਿਸ ਤਰ੍ਹਾਂ ਉੱਥੇ ਪੁਲਿਸ ਕਰਮਚਾਰੀਆਂ ਨੂੰ ਕੁੱਟਿਆ ਸੀਗਾ, ਕੁਟਾਪਾ ਚਾੜਿਆ ਸੀਗਾ। ਪਰ ਬਾਅਦ ਦੇ ਵਿੱਚ ਹੋਇਆ ਕਿ ਉਹਨਾਂ ਪੁਲਿਸ ਕਰਮਚਾਰੀਆਂ ਦੀ ਵਾਹ ਹੀ ਨਹੀਂ ਚੱਲੀ ਕਿਉਂਕਿ ਜਿਹੜੇ ਵੱਡੇ ਅਧਿਕਾਰੀ ਸੀ ਉਹ ਸਿਆਸਤਦਾਨਾਂ ਨਾਲ। ਤਾਂ ਇਹ ਜਿਹੜਾ ਚੱਲਣ ਹੈ ਕਿ ਜੇ ਹੇਠਲੇ ਪੱਧਰ ਤੇ ਕੋਈ ਲਾਪਰਵਾਹੀ ਕਰਦੇ ਕਰਮਚਾਰੀ ਤਾਂ ਮਰਦੇ ਆ, ਜੇ ਉਹ ਡਿਊਟੀ ਨਿਭਾਉਂਦੇ ਆ ਤੇ ਤਾਂ। ਜੀ 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 ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ ਪੰਥਕ ਹਲਕਿਆਂ ਦੇ ਵਿੱਚ ਸਰਨਾ ਦੇ ਮਤੇ ਦਾ ਜ਼ੋਰਦਾਰ ਵਿਰੋਧ। ਦੇਖੋ ਇਹ ਨਨਕਾਣਾ ਸਾਹਿਬ ਨੂੰ ਜੋ ਇਹਨਾਂ ਨੇ ਕਿਹਾ ਕਿ ਛੇਵਾਂ ਤਖਤ ਬਣਾ ਦੇਣਾ ਚਾਹੀਦਾ, ਮਤਾ ਪਾ ਦਿੱਤਾ ਉੱਤੇ। ਉਸ ਤੋਂ ਬਾਅਦ ਜਿਹੜੇ ਉੱਤੇ ਲੋਕ ਬੈਠੇ ਸੀਗੇ, ਸੰਗਤ ਬੈਠੀ ਸੀਗੀ, ਉਹਨਾਂ ਨੇ ਉਸ ਮਤੇ ਦੀ ਪ੍ਰੋੜਤਾ ਵੀ ਕੀਤੀ। ਤਾਂ ਗੱਲ ਇਹ ਆ ਕਿ ਹੁਣ ਇੱਥੇ ਕਿਸੇ ਨੇ ਸਰਨੇ ਦਾ ਸਾਥ ਨਹੀਂ ਦਿੱਤਾ। ਉਧਰ ਤੇ ਪਤਾ ਨਹੀਂ ਕਿਹੋ ਜਿਹਾ ਰਿਸਪੌਂਸ ਮਿਲਿਆ ਵਾ, ਇੱਥੇ ਤੇ ਸਾਰੇ ਮੁਖਾਲਫਤ ਕਰਦੇ ਪਏ। ਮਨਜੀਤ ਸਿੰਘ ਜੀ ਕੇ ਤੋਂ ਲੈ ਕੇ ਦਾਦੂਵਾਲ ਸਾਹਿਬ ਸਾਰਿਆਂ ਦੇ ਜਿਹੜੇ ਬਿਆਨ ਆਏ ਆ, ਉਹਨਾਂ ਨੇ ਸਾਰਿਆਂ ਨੇ ਹੀ ਕਿਹਾ ਕਿ ਦੇਖੋ ਪੰਜ ਪ੍ਰਧਾਨੀ ਕਨਸੈਪਟ ਆ ਸਿੱਖੀ ਦੇ ਵਿੱਚ, ਇਸ ਤਰ੍ਹਾਂ ਦਾ ਕੰਮ ਕਰਨਾ ਜਿਹੜਾ ਉਹ ਬਿਲਕੁਲ ਗਲਤ ਆ ਔਰ ਇਹ ਤੇ ਵੰਡੀ ਆ ਔਰ ਉਸ ਕੌਮ ਦੇ ਵਿੱਚ ਵੰਡੀ ਆ ਜਿਹੜੀ ਪਹਿਲਾਂ ਹੀ ਕਈ ਧੜਿਆਂ ਕਈ ਸੰਪਰਦਾਵਾਂ ਦੇ ਵਿੱਚ ਵੰਡੀ। ਤੇ ਇਸ ਕਰਕੇ ਚਾਹੇ ਉਹ ਵਡੂੰਗਰ ਸਾਹਿਬ ਹੋਣ, ਚਾਹੇ ਲੌਂਗੋਵਾਲ ਸਾਹਿਬ ਹੋਣ, ਧੁੰਮਾ ਜੀ ਹੋਣ, ਸਿਆਲਕਾ ਸਾਹਿਬ ਹੋਣ, ਦਾਦੂਵਾਲ ਸਾਹਿਬ ਹੋਣ, GK ਸਾਹਿਬ ਹੋਣ, ਸਾਰਿਆਂ ਨੇ ਹੀ ਇੱਕ ਸੁਰ ਦੇ ਵਿੱਚ ਇਸ ਚੀਜ਼ ਦੀ ਕਿਤੇ ਨਾ ਕਿਤੇ ਨਿਖੇਧੀ ਕੀਤੀ ਆ ਕਿ ਭਾਈ ਜੋ ਸਰਨੇ ਨੇ ਕੰਮ ਕੀਤਾ ਉਹ ਗਲਤ ਕੀਤਾ। ਹਾਲਾਂਕਿ ਸਰਨੇ ਹੋ ਰਹੀਆਂ ਜਿਹੜੇ ਉਹ ਉਲਟਾ GK ਹੋਰਾਂ ਨੂੰ ਕਹਿੰਦੇ ਕਿ ਤੁਸੀਂ ਚੁੱਪ ਕਰੋ, ਬਾਜ ਆਓ ਬੋਲਣ ਤੋਂ। ਪਰ ਸਭ ਤੋਂ ਵੱਡਾ ਸਵਾਲ ਇਹੋ ਹੀ ਆ ਕਿ ਕੀ ਸਰਨੇ ਨੇ ਇਸ ਬਾਬਤ ਪਹਿਲਾਂ ਕੋਈ ਰਾਏ ਮਸ਼ਵਰੀ ਕੀਤੀ ਸੀ ਜਾਂ ਉੱਥੇ ਆਪਣੇ ਪੱਧਰ ਤੇ ਇਹ ਕੰਮ ਚਲਾ ਦਿੱਤਾ। ਤੇ ਹੁਣ ਜਦੋਂ ਇਹ ਕੰਮ ਐਸਾ ਚੱਲ ਗਿਆ ਤਾਂ ਸਵਾਲ ਇੱਥੇ ਪੰਜਾਬ ਦੇ ਵਿੱਚ ਵੀ ਬੜੇ ਖੜੇ ਹੁੰਦੇ ਆ। ਹੁਣ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਆ ਜਿੱਥੇ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਜੀ, ਤੇ ਲੋਕ ਕਹਿੰਦੇ ਆ ਕਿ ਕੱਲ ਨੂੰ ਫਿਰ ਉੱਥੇ ਜਿਹੜੇ ਦੂਜੇ ਨਾਂ ਰੱਖਿਆ ਉਹਨਾਂ ਦੇ ਜਨਮ ਸਥਾਨ ਨੂੰ ਵੀ ਕਿਹਾ ਜਾਊਗਾ ਕਿ ਇੱਥੇ ਵੀ ਤਖਤ ਬਣਾ ਦੇ, ਜਾਂ ਹੋਰ 4-5 ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਤਖਤ ਜਿਹੜੇ ਆ ਉਹ ਸਿਰਜ ਦਿੱਤੇ ਜਾਣਗੇ। ਸੋ ਕਈ ਸਵਾਲ ਖੜੇ ਹੋ ਰਹੇ ਆ, ਪਰ ਸਰਨੇ ਗਰੁੱਪ ਵੱਲੋਂ ਕੋਈ ਠੋਸ ਸਫਾਈ ਹੁਣ ਤੱਕ ਨਹੀਂ ਪੇਸ਼ ਹੋਈ ਕਿਉਂਕਿ ਹਰੇਕ ਬੰਦਾ ਕਹਿੰਦਾ ਹੈ ਕਿ ਇੱਥੇ ਪੰਜ ਪ੍ਰਧਾਨੀ ਕਨਸੈਪਟ ਆ ਸੀ। ਤਾਂ ਉਹ ਜਿਹੜਾ ਪੰਜਾਂ ਵਾਲਾ ਸਿਸਟਮ ਆ, ਜੋ ਪੰਜਾਂ ਵਾਲਾ ਇੱਕ ਸਿਧਾਂਤ ਆ,
ਉਹਨੂੰ ਕਿਤੇ ਨਾ ਕਿਤੇ ਢਾਹ ਲਾ ਕੇ ਵੰਡੀ ਪਾਉਣ ਦਾ ਯਤਨ ਕੀਤਾ ਗਿਆ। ਤਾਂ ਇਹ ਮਾਮਲਾ ਮੇਰੇ ਖਿਆਲ ਦੇ ਨਾਲ ਸਰਨੇ ਗਰੁੱਪ ਲਈ ਜਾਂ ਸਰਨੇ ਭਰਾਵਾਂ ਲਈ ਹੁਣ ਥੋੜਾ ਜਿਹਾ ਇਹ ਉਲਟਾ ਜਾਊਗਾ, ਕਿਉਂਕਿ ਇੱਕ ਮਤ ਹੋ ਕੇ, ਇੱਕ ਸੁਰ ਹੋ ਕੇ ਸਾਰੇ ਹੀ ਸਿੱਖ ਬੁੱਧੀਜੀਵੀ ਹੈ ਜਿਹੜੇ, ਸਿੱਖ ਆਗੂ ਹੈ ਜਿਹੜੇ, ਉਹ ਆਲੋਚਨਾ ਕਰਦੇ ਪਏ ਕਿ ਇਹ ਕਦਮ ਇਹਨਾਂ ਨੇ ਬਿਨਾਂ ਕਿਸੇ ਸਲਾਹ ਮਸ਼ਵਰੇ ਤੋਂ ਜਾ ਕੇ ਕਿਹਾ, ਜੋ ਕਿ ਬਹੁਤ ਗਲਤ ਮੈਸੇਜ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਹਰਿਆਣਾ ਵਿੱਚ ਪਿਆ ਨੋਟਾਂ ਦਾ ਮੁੱਲ। ਦੇਖੋ, ਨੋਟਾਂ ਦਾ ਨਹੀਂ, ਨੋਟਾਂ ਦਾ ਮੁੱਲ, ਕਿਉਂਕਿ ਉੱਥੇ ਨਾ ਇਲੈਕਸ਼ਨ ਹੋ ਰਿਹਾ ਹਰਿਆਣੇ ਦੇ 5 ਨਗਰ ਨਿਗਮਾਂ ਦਾ ਤੇ 2 ਨਗਰ ਪਾਲਿਕਾਵਾਂ ਦਾ। ਆਮ ਤੌਰ ਤੇ ਕੀ ਆ ਕਿ ਆਪਣੇ ਇੱਥੇ ਇੰਡੀਆ ਦੇ ਵਿੱਚ ਨੋਟਾ ਇੱਕ ਬਟਨ ਹੁੰਦਾ, ਗੁਲਾਬੀ ਜਿਹਾ ਬਟਨ ਹੁੰਦਾ, ਤਾਂ ਉਹਦੇ ਵਿੱਚ ਕੀ ਆ ਕਿ ਜੇ ਤੁਸੀਂ ਉਹ ਬਟਨ ਦਬਾਉਂਦੇ ਆ ਤਾਂ ਇਹ ਸਮਝਿਆ ਜਾਂਦਾ ਕਿ ਤੁਸੀਂ ਸਾਰੇ ਉਮੀਦਵਾਰਾਂ ਨੂੰ ਰੱਦ ਕਰਦੇ ਹੋ ਕਿ ਭਾਈ ਮੇਰੀ ਸਮਝ ਮੁਤਾਬਕ, ਮੇਰੀ ਕਸੌਟੀ ਤੇ ਇਹਨਾਂ ਚੋਂ ਕੋਈ ਵੀ ਖਰਾ ਨਹੀਂ ਉਤਰਦਾ। ਤਾਂ ਹੁਣ ਇਹਨਾਂ ਨੇ ਕੀ ਕੀਤਾ, ਆਮ ਤੌਰ ਤੇ ਦੇਖੋ, ਇੱਕ ਮੈਂ ਤੁਹਾਨੂੰ ਨਾ ਜਾਣਕਾਰੀ ਵਾਸਤੇ ਦੱਸਾਂਗਾ, ਜਿਹੜਾ ਨੋਟਾਂ ਨੂੰ ਜਿੱਦਾਂ ਹੁਣ ਆਮ ਆਦਮੀ ਪਾਰਟੀ ਵਾਲੇ ਨਾਲ ਵੱਧ ਵੋਟਾਂ ਪੈ ਗਈਆਂ ਸੀ ਮੇਰੇ ਖਿਆਲ ਦੇ ਨਾਲ, ਕਈ ਮੌਕਿਆਂ ਤੇ ਪੈ ਜਾਂਦੀ, ਔਰ ਨੋਟਾ ਇੰਡੀਆ 'ਚ ਬਹੁਤ ਫੇਮਸ ਹੋ ਰਿਹਾ। ਤਾਮਿਲਨਾਡੂ ਦੇ ਵਿੱਚ ਵੀ ਬਹੁਤ ਸਾਰੀਆਂ ਵੋਟਾਂ ਪਈਆਂ ਨੋਟਾਂ ਨੂੰ, ਗੁਜਰਾਤ ਦੇ ਵਿੱਚ 5.5 ਲੱਖ ਵੋਟ ਪਈ ਹੈ, ਲਗਭਗ 1.5% ਵੋਟ ਇਕੱਲੇ ਨੋਟਾਂ ਨੂੰ ਪਈ, ਤੇ ਬੰਗਾਲ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ 8.5 ਲੱਖ ਵੋਟ ਪਈ। ਤਾਂ ਬਹੁਤ ਵੋਟਾਂ ਜਿਹੜੀਆਂ ਵੱਧ ਰਹੀਆਂ ਨੋਟਾਂ ਦੀਆਂ। ਤਾਂ ਹੁੰਦਾ ਕੀ ਆਮ ਤੌਰ ਤੇ ਕਿ ਨੋਟਾਂ ਨੂੰ ਜਿਹੜੀਆਂ ਵੋਟਾਂ ਪਈਆਂ, ਚਾਹੇ ਜਿੱਦਾਂ ਲਾ ਲਓ ਕਿ ਨੋਟਾਂ ਨੂੰ ਸਾਰੇ ਉਮੀਦਵਾਰਾਂ ਤੋਂ ਵੱਧ ਵੋਟਾਂ ਪੈ ਗਈਆਂ, ਯਾਨੀ ਜਿੱਤਣ ਵਾਲੇ ਤੋਂ ਵੱਧ ਪੈ, ਤੇ ਤਾਂ ਵੀ ਜਿਹੜਾ ਜੇਤੂ ਆ ਉਹ ਜੇਤੂ ਹੀ ਰਹਿੰਦਾ, ਚਾਹੇ ਨੋਟਾ ਵੱਧ ਵੋਟਾਂ ਲੈ ਜਾਵੇ, ਕਿਉਂਕਿ ਨੋਟਾਂ ਵਾਲੀਆਂ ਜਿਹੜੀਆਂ ਵੋਟਾਂ ਇਨ ਦੀ ਐਂਡ ਉਹ ਰੱਦ ਵੋਟਾਂ 'ਚ ਗਿਣਤੀ ਹੁੰਦੀ ਆ। ਉਹਦੀ ਮਤਲਬ ਉਹਦੀ ਮਹੱਤਤਾ ਜਿਹੜੀ ਉਹ ਰੱਦ ਹੋਈਆਂ ਵੋਟਾਂ ਵਜੋਂ ਹੀ ਰਹਿ ਜਾਂਦੀ ਆ ਜਦੋਂ ਗਿਣਤੀ ਹੁੰਦੀ। ਨਤੀਜੇ ਤੇ ਕੋਈ ਖਾਸ ਪ੍ਰਭਾਵ ਨਹੀਂ ਛੱਡ ਪਾਉਂਦਾ ਨੋਟਾ ਵਿਚਾਰਾ। ਸੋ ਇਸ ਕਰਕੇ ਐਤਕੀ ਥੋੜਾ ਜਿਹਾ ਹਰਿਆਣੇ ਵਾਲਿਆਂ ਨੇ ਚੇਂਜ ਕੀਤਾ ਇਸ ਸਾਰੇ ਸੰਦਰਭ ਨੂੰ, ਸਾਰੇ ਪ੍ਰਤੀਕ ਨੂੰ, ਜੋ ਇਲੈਕਸ਼ਨ ਦਾ ਬਹੁਤ ਮਹੱਤਵਪੂਰਨ ਇੱਕ ਤਰ੍ਹਾਂ ਨਾਲ ਕਹੀਏ ਕਿ ਰੰਗ ਆ। ਨੋਟਾਂ ਬਾਰੇ ਉਹਨਾਂ ਨੇ ਕਿਹਾ ਕਿ ਦੇਖੋ, ਗੱਲ ਇਹ ਆ ਕਿ ਨੋਟਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਉਮੀਦਵਾਰ ਹੋਊਗਾ, ਮਤਲਬ ਕਾਲਪਨਿਕ ਉਮੀਦਵਾਰ ਹੋਊਗਾ, ਔਰ ਜਿੱਥੇ ਨੋਟਾ ਜਿੱਤਿਆ, ਜਿੱਦਾਂ ਮੈਂ ਅੱਗੇ ਕਿਹਾ ਕਿ ਨੋਟਾ ਚਾਹੇ ਜਿੰਨੀਆਂ ਮਰਜ਼ੀ ਵੋਟਾਂ ਲੈ ਜਾਵੇ, ਚਾਹੇ ਜੇਤੂ ਤੋਂ ਵੀ ਵੱਧ ਲੈ ਜਾਵੇ, ਤਾਂ ਉਹਦੀਆਂ ਵੋਟਾਂ ਰੱਦ ਸਮਝਿਆ ਜਾਂਦੀਆਂ। ਇੱਥੋਂ ਇੱਕ ਉਮੀਦਵਾਰ ਗਿਣਿਆ ਜਾਊਗਾ ਇਹਨਾਂ ਇਲੈਕਸ਼ਨਾਂ 'ਚ, ਔਰ ਜੇ ਮੰਨ ਲਓ ਨੋਟਾਂ ਨੂੰ ਵੋਟਾਂ ਜਿਹੜੀਆਂ ਉਹ ਜੇਤੂ ਤੋਂ ਵੱਧ ਪੈ ਜਾਂਦੀਆਂ, ਤਾਂ ਫਿਰ ਉੱਥੇ ਇਲੈਕਸ਼ਨ ਹੈ ਜਿਹੜਾ ਉਹ ਰੱਦ ਸਮਝਿਆ ਜਾਊਗਾ, ਇਲੈਕਸ਼ਨ ਦੁਬਾਰਾ ਕਰਵਾਇਆ ਜਾਊਗਾ। ਇਹ ਕਹਿੰਦੇ ਆ ਕਿ ਜਿਹੜੇ ਉਮੀਦਵਾਰਾਂ ਤੋਂ ਨੋਟਾ ਜਿੱਤ ਜਾਊਗਾ ਉਹ ਉਮੀਦਵਾਰ ਦੁਬਾਰਾ ਇਲੈਕਸ਼ਨ ਨਹੀਂ ਲੜ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਨੋਟਾਂ ਦੀ ਅਸਲ ਪਰਿਭਾਸ਼ਾ ਇਹ ਹੋਈ। ਜੇ ਨੋਟਾਂ ਨੇ ਪ੍ਰਭਾਵਸ਼ਾਲੀ ਨਹੀਂ ਰਹਿਣਾ, ਉਹਨੇ ਪ੍ਰਭਾਵ ਹੀ ਨਹੀਂ ਰਹਿਣਾ, ਤੇ ਫਿਰ ਆਂਦੇ ਹੁੰਦੇ ਨਾ, ਜਿਹੇ ਕਿੱਲੇ ਵਧੇ ਜਿਹੇ ਚੋਰਾ ਖੜੇ, ਫਿਰ ਫਰਕ ਕੀ ਆ। ਤੇ ਜੇ ਨੋਟਾ ਇੰਪਲੀਮੈਂਟ ਕਰਨਾ ਸਰਲ ਢੰਗ ਦੇ ਨਾਲ, ਔਰ ਉਹਦਾ ਜ਼ਿਆਦਾ ਅਸਰ ਪਾਉਣਾ ਇਹੋ ਜਿਹੇ ਲੋਕਾਂ ਤੇ ਜਿਹੜੇ ਹੁਣ ਤੱਕ ਕਿਸੇ ਦੇ ਦਬਾਅ ਦੇ ਵਿੱਚ ਆਉਂਦੇ ਨਹੀਂ ਹੈ, ਜੇ ਇਹਨਾਂ ਨੂੰ ਦਬਾਅ ਦੇ ਵਿੱਚ ਲਿਆਉਣਾ, ਜਿਹੜੇ ਲੋਕਾਂ ਨੂੰ ਕੁਛ ਨਹੀਂ ਸਮਝਦੇ ਸਿਆਸਤਦਾਨ, ਤਾਂ ਉਹਨਾਂ ਵਾਸਤੇ ਇਹ ਨੋਟਾ ਜਿਹੜਾ ਉਹਦਾ ਪ੍ਰਭਾਵ ਇਸੇ ਤਰ੍ਹਾਂ ਦਾ ਹੀ ਫਿਰ ਪਾਉਣਾ ਪਊਗਾ। ਜੀ ਬਿਲਕੁਲ ਸਹੀ ਗੱਲ ਆ, ਨਹੀਂ ਤਾਂ ਫਿਰ ਫਾਇਦਾ ਉੱਥੇ ਕੀ ਹੋਇਆ, ਲੋਕਾਂ ਨੇ ਵੋਟ ਵੀ ਪਾਈ ਤੇ ਉਹ ਵੀ ਗਵਾਈ, ਤੇ ਜਿਹੜੇ ਉਮੀਦਵਾਰ ਆ ਜੇ ਉਹੀ ਉਹਨਾਂ ਨੇ ਜਿੱਤ ਜਾਣਾ ਸੀਗਾ। ਤਾਂ ਤੇ ਬਿਲਕੁਲ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।